ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਆਇਆ ਦੂਰੋਂ ਚਲ ਕੈ, ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭ ਦੁਖ ਗਵਾਏ ਜੀਓ। ਕਿਰਪਾ ਕਰੋ ਤੁਮ ਪਿਆਰੇ, ਬੁਰੇ ਭਲੇ ਹਮ ਥਾਰੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁਬਦੇ ਪੱਥਰ ਤਾਰੇ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁਖ। ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾ। ਵੱਡੇ ਵੱਡੇ ਰਾਜਨ ਅਰ ਭੂਮਨ, ਤਾ ਕੀ ਤ੍ਰਿਸ਼ਨ ਨ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾ ਕੀ ਤ੍ਰਿਸ਼ਨ ਨ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ। ਵਿਖਿਆ ਮਹਿ ਕਿਨਹੀ ਤ੍ਰਿਪਤ ਨ ਪਾਈ, ਜਿਉ ਪਾਵਕ ਈਂਦਨ ਨਹੀਂ ਤ੍ਰਾਪੈ। ਬਿਨ ਹਰਿ ਕਹਾ ਆਗਾਈ ਰਹਾਉ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾ ਕੀ ਮਿਟੈ ਨ ਭੂਖਾ। ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਖੋਖਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗਿਰਹਿ ਜੋ ਨ ਚੂਕੈ। ਦਿਨ ਪ੍ਰਤ ਕਰੈ ਕਰੈ ਪਛੁਤਾਪੈ, ਸੋਗ ਲੋਭ ਮਹਿ ਸੂਕੈ। ਹਰਿ ਹਰਿ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਸੁਖ ਸਹਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗਿਰਹਿ ਜੋ ਨ ਚੂਕੈ। ਦਿਨ ਪ੍ਰਤ ਕਰੈ ਕਰੈ ਪਛੁਤਾਪੈ, ਸੋਗ ਲੋਭ ਮਹਿ ਸੂਕੈ। ਹਰਿ ਹਰਿ ਨਾਮ ਅਪਾਰ ਅਮੋਲਾ,
ਅੰਮ੍ਰਿਤ ਏਕ ਨਿਦਾਨਾ, ਸੁਖ ਸਹਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਜੀ। ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ। ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ, ਸੇਵਾ ਸਿਮਰਨ ਕਰ। ਸਤਿਗੁਰਾਂ ਦੇ ਦਰ ਨਤ ਮਸਤਕ ਹੋ, ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧੰਨਤਾ ਦੇ ਜੋਗ, ਚਾਵਰ ਛਾਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ, ਗਿਆਨ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਕੀਆਂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ। ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲਿਓ, ਕਰੋ ਸੁਰਤ ਵਿਰਤ ਇਕਾਗਰ, ਆਪਣੀ ਮੁਬਾਰਕ ਰਸਨਾ ਪਵਿੱਤਰ ਕਰੋ। ਪ੍ਰੇਮ ਸਤਿਕਾਰ ਦੇ ਨਾਲ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਅੰਗ 672 ਅੰਗ ਤੇ ਪਾਵਨ ਸ਼ਬਦ ਸੁਭਾਏਮਾਨ ਹਨ। ਗੁਰਬਾਣੀ ਪੜ੍ਹਨ ਸੁਣਨ ਵਿਚਾਰਨ ਵਾਲੇ ਗੁਰਮੁਖ ਜਨ, ਗੁਰਮੁਖ ਪਿਆਰੇ ਪਾਵਨ ਅੰਗ ਨੋਟ ਕਰਿਓ। 672 ਅੰਗ ਤੇ ਪਾਵਨ ਰਾਗ ਧਨਾਸਰੀ ਰਾਗ ਦੇ ਵਿੱਚ ਇਹਨਾਂ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ। ਸ਼ਾਂਤੀ ਦੇ ਸੋਮੇ, ਸ਼ਹੀਦਾਂ ਦੇ ਸਿਰਤਾਜ, ਗੁਰਬਾਣੀ ਦੇ ਰਚਨਹਾਰ, ਤਤੀ ਤਵੀ ਤੇ ਅਡੋਲ ਬੈਠਣ ਵਾਲੇ, ਤੇਰਾ ਭਾਣਾ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਸੰਗਤ ਜੀ, ਇਹਨਾਂ ਪਾਵਨ ਪਵਿੱਤਰ ਸ਼ਬਦਾਂ ਦੇ ਵਿੱਚ ਸਤਿਗੁਰਾਂ ਨੇ ਵਿਕਾਰੀ ਮਨੁੱਖਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਵਿਕਾਰਾਂ ਦੇ ਵਿੱਚ ਲੋਭ ਲਾਲਚ ਮਾਇਆ ਦੇ ਵਿੱਚ ਗ੍ਰਸ ਜਾਂਦੇ ਹਨ, ਭਾਵ ਪਰਮਾਤਮਾ ਨੂੰ ਭੁਲਾ ਦਿੰਦੇ ਨੇ, ਜਿਨ੍ਹਾਂ ਦੇ ਬਾਬਤ ਗੁਰਬਾਣੀ ਵਿੱਚ ਸਤਿਗੁਰਾਂ ਨੇ ਕਿਹਾ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਪਰਮਾਤਮਾ ਨੂੰ ਭੁਲਾ ਦੇਣਾ, ਉਹਦੀ ਯਾਦ ਵਿੱਚ ਨਾ ਜੁੜਨਾ, ਨਾ ਬਾਣੀ ਪੜ੍ਹਨੀ, ਨਾ ਨੇਕੀਆਂ ਚੰਗਿਆਈਆਂ ਕਰਨੀਆਂ, ਅਤੇ ਪਰਮਾਤਮਾ ਦੀ ਯਾਦ ਆਪਣੇ ਮਨ ਵਿੱਚ ਚਿੱਤ ਵਿੱਚ ਨਾ ਵਸਾਉਣੀ, ਤਾਂ ਸਤਿਗੁਰੂ ਜੀ ਕਹਿੰਦੇ ਵਿਆਪਣ ਸਭੇ ਰੋਗ। ਰੋਗ ਹੀ ਸਰੀਰ ਨੂੰ, ਤਨ ਨੂੰ, ਮਨ ਨੂੰ ਤਾਂ ਲੱਗਦੇ ਨੇ ਜਦੋਂ ਬੰਦਾ ਪਰਮੇਸ਼ਰ ਨੂੰ ਭੁੱਲ ਜਾਏ। ਹੁਣ ਇੱਥੇ ਸਵਾਲ ਇਹ ਵੀ ਹੋ ਸਕਦਾ ਵੀ ਦੇਖੋ, ਜਿੰਨੇ ਨਾਮ ਜਪਣ ਵਾਲੇ ਨੇ ਓਨੇ ਮਤਲਬ ਉਹਨਾਂ ਨੂੰ ਵੀ ਦੁੱਖ ਲੱਗੇ ਨੇ,
ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਹਾਨੂੰ ਦੁੱਖ ਮਹਿਸੂਸ ਹੋ ਰਿਹਾ। ਕਿਸੇ ਨਾਮ ਦੇ ਰਸੀਏ ਨੂੰ ਸ਼ੂਗਰ ਨੇ, ਬੀਪੀ, ਡਿਪਰੈਸ਼ਨ ਨੇ ਪਰੇਸ਼ਾਨ ਕੀਤਾ, ਉਹਨੂੰ ਪੁੱਛੋ ਵੀ ਤੈਨੂੰ ਇਹ ਲੱਗਦਾ ਵੀ ਤੈਨੂੰ ਪ੍ਰਮਾਤਮਾ ਨੇ ਦੁੱਖ ਲਾਇਆ? ਉਹ ਅੱਗੋਂ ਉਹਦਾ ਹਾਲ ਪੁੱਛੋ ਤੇ ਅੱਗੋਂ ਗੱਜ ਵੱਜ ਕੇ ਆਖੇਗਾ ਨਹੀਂ ਜੀ, ਚੜ੍ਹਦੀ ਕਲਾ ਹੈ। ਇਹ ਜਿਹੜੇ ਰੋਗ ਹੈ, ਦੁੱਖ ਹੈ, ਮੇਰੇ ਕੋਈ ਕਰਮਾਂ ਕਰਕੇ ਮੈਨੂੰ ਲੱਗੇ ਨੇ। ਜਿਹੜਾ ਬੰਦਾ ਸਮਝਦਾਰ ਹੈ ਉਹ ਤੇ ਇਹੀ ਜਵਾਬ ਦੇਵੇਗਾ। ਜਿਹੜੇ ਮਨੁੱਖ ਦਾ ਫਿਰ ਕਹਿ ਲਓ ਵੀ ਸੰਸਾਰ ਜਗਤ ਦੇ ਨਾਲ ਪ੍ਰੇਮ ਨਾਤਾ ਬਣਿਆ ਹੋਇਆ, ਉਹ ਕਲਪਿਆ ਹੋਇਆ ਆਖੇਗਾ ਨਾ ਜੀ ਨਾ, ਕਿਹੜੇ ਹਾਲ ਹੈ, ਬਸ ਕਿਹੜਾ ਰੱਬ ਦਾ ਨਾਂ ਹੈ, ਜਿੰਨਾ ਜਪਦੇ ਆ ਓਨੇ ਦੁੱਖ ਹੈ। ਉਸ ਮਨੁੱਖ ਨੂੰ ਇਹ ਸਮਝ ਨਹੀਂ ਵੀ ਉਸ ਪਰਮ ਪਿਤਾ ਪਰਮਾਤਮਾ ਨੇ ਤੇਰੇ ਜੀਵਨ ਪਤਾ ਨਹੀਂ ਕਿੰਨੇ ਕੁ ਦੁੱਖ ਭੋਗਣੇ ਸੀ, ਜਿਹੜੇ ਛੋਟੇ ਛੋਟੇ ਦੁੱਖ ਲਾ ਕੇ ਤੇਰੇ ਜੀਵਨ ਨੂੰ ਸਵਾਰ ਰਿਹਾ ਉਹ। ਤੇ ਇੱਕ ਗੱਲ ਹੋਰ ਚੇਤੇ ਰੱਖਿਓ, ਦੁਖੀ ਮਨੁੱਖ ਜਿੰਨਾ ਪਰਮਾਤਮਾ ਨੂੰ ਚੇਤੇ ਕਰੇਗਾ ਓਨਾ ਸੁਖੀ ਨਹੀਂ ਕਰਦਾ। ਸੁਖੀ ਬੰਦਾ ਕਿਸੇ ਦਿਨ ਨਾਗਾ ਪਾ ਦੇਗਾ ਵੀ ਅੱਜ ਨਿਤਨੇਮ ਨਹੀਂ ਹੁੰਦਾ ਤੇ ਕੋਈ ਗੱਲ ਨਹੀਂ। ਦੁਖੀ ਬੰਦਾ ਨਿਤਨੇਮ ਨਹੀਂ ਛੱਡੇਗਾ। ਜਿਹੜੇ ਬੰਦੇ ਨੂੰ ਵਿਜੋਗ ਲੱਗ ਗਿਆ, ਇੱਕ ਤੇ ਦੁੱਖ ਹੈ ਸਰੀਰ ਕਰਕੇ ਲੱਗ ਜਾਂਦੇ ਨੇ, ਤੇ ਇੱਕ ਪ੍ਰਮਾਤਮਾ ਦੇ ਨਾਲੋਂ ਵਿਛੋੜੇ ਦਾ ਦੁੱਖ ਹੈ। ਜਿਨ੍ਹਾਂ ਨੇ ਇਸ ਦੁੱਖ ਨੂੰ ਸਮਝ ਲਿਆ ਉਹ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਨੇਮ ਨੂੰ ਕਮਾਏ ਬਿਨਾਂ ਨਹੀਂ ਰਹੇਗਾ, ਅੰਮ੍ਰਿਤ ਵੇਲਾ ਸੰਭਾਲੇਗਾ, ਜਾਗੇਗਾ। ਤਾਂ ਸਤਿਗੁਰੂ ਜੀ ਅੱਜ ਕੀ ਕਿਰਪਾ ਕਰਦੇ ਨੇ। ਧਨਾਸਰੀ ਮਹੱਲਾ ਪੰਜਵਾ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਝੀ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਸ ਜਗਤ ਦੇ ਵਿੱਚ ਬਹੁਤ ਵੱਡੇ ਰਾਜੇ ਹੋਏ, ਬਹੁਤ ਹੀ ਅਮੀਰ ਰਾਜੇ ਹੋਏ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਜਿੱਤਿਆ, ਪੂਰੇ ਜਗਤ ਨੂੰ ਜਿੱਤ ਲਿਆ। ਕਿਸੇ ਕੋਲ ਫੁੱਟੀ ਕੌਡੀ ਤੱਕ ਨਹੀਂ ਰੱਖੀ, ਰਹਿਣ ਦਿੱਤੀ। ਇਸ ਤਰ੍ਹਾਂ ਦੇ ਬਹੁਤ ਨਾਮੀ ਰਾਜੇ ਹੋਏ। ਭੂਮਨ, ਬਹੁਤ ਵੱਡੇ ਵੱਡੇ ਜ਼ਿਮੀਂਦਾਰ, ਭੂਮੀ ਦੇ ਮਾਲਕ ਜ਼ਿਮੀਂਦਾਰ ਵੀ ਬਹੁਤ ਵੱਡੇ ਵੱਡੇ ਹੋਏ। ਸੰਗਤ ਜੀ ਅੱਜ ਵੀ ਹੈ ਤੇ ਪਹਿਲਾਂ ਵੀ ਸੀ। ਸਤਿਗੁਰੂ ਜੀ ਕਹਿੰਦੇ ਜਿੰਨਾ ਉਹਨਾਂ ਦੇ ਕੋਲ ਧਨ ਆ ਰਿਹਾ, ਜਿੰਨਾ ਉਹਨਾਂ ਦਾ ਸੰਸਾਰਿਕ ਪਦਾਰਥ ਵੱਧ ਰਹੇ ਨੇ, ਓਨੀ ਉਹਨਾਂ ਦੀ ਤ੍ਰਿਸ਼ਨਾ ਵੱਧ ਰਹੀ ਹੈ, ਲਾਲਚ ਵੱਧ ਰਿਹਾ। ਉਹਨਾਂ ਦੀ ਤ੍ਰਿਸ਼ਨਾ ਬੁੱਝਦੀ ਹੀ ਨਹੀਂ। ਹੋਰ 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 ਜੇ ਲੱਖ ਜੁੜ ਗਿਆ ਤਾਂ 10 ਲੱਖ ਦੀ ਉਮੀਦ ਬਣ ਜਾਂਦੀ ਹੈ ਵੀ 10 ਲੱਖ ਬਣਾਈਏ। 10 ਲੱਖ ਨੂੰ ਫਿਰ 50 ਲੱਖ ਵਿੱਚ, 50 ਲੱਖ ਨੂੰ ਕਰੋੜ ਵਿੱਚ ਬਦਲਣਾ। ਇਸ ਤਰ੍ਹਾਂ ਉਸ ਮਾਇਆ ਦੇ ਪਿੱਛੇ ਦੌੜ ਪਏ, ਪਰਮਾਤਮਾ ਦੇ ਨਾਮ ਨੂੰ ਛੱਡ ਦਿੱਤਾ। ਹੁਣ ਇਸ ਗੱਲ ਨੂੰ ਆਪ ਜੀ ਸਮਝ ਲਿਓ, ਇਹ ਗੱਲ ਉਹਨਾਂ ਦੀ ਹੈ ਜਿਹੜੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਕੇਵਲ ਧਨ ਦੇ ਪਿੱਛੇ ਦੌੜਦੇ ਨੇ, ਮਾਇਆ ਦੇ ਪਿੱਛੇ ਦੌੜਦੇ ਨੇ। ਸਭ ਨੂੰ ਦੌੜਨਾ ਚਾਹੀਦਾ, ਮਾਇਆ ਦੀ ਲੋੜ ਹੈ। ਮੈਂ ਪਹਿਲਾਂ ਵੀ ਬੇਨਤੀ ਕਰਦਾ ਵੀ ਮਾਇਆ ਬਿਨਾਂ ਗੁਜ਼ਰਾਨ ਨਹੀਂ ਹੁੰਦਾ, ਪਰ ਕੇਵਲ ਮਾਇਆ ਹੀ ਨਿਸ਼ਾਨਾ ਬਣਾ ਲੈਣੀ ਜੀਵਨ ਦਾ ਵੀ ਮੈਂ ਕਮਾਉਣੀ ਮਾਇਆ, ਮਾਇਆ ਤੋਂ ਬਿਨਾਂ ਹੋਰ ਕੁਛ ਕਰਨਾ ਹੀ ਨਹੀਂ, ਧਰਮ ਦੇ ਕੰਮ ਹੀ ਨਹੀਂ ਕਰਨੇ, ਕਮਾਈ ਹੋਈ ਮਾਇਆ ਦੇ ਵਿੱਚੋਂ ਦਸਵੰਧ ਨਹੀਂ ਦੇਣਾ, ਪਰਮਾਤਮਾ ਦੀ ਯਾਦ ਵਿੱਚ ਨਹੀਂ ਜੁੜਨਾ, ਅੰਮ੍ਰਿਤ ਵੇਲੇ ਨਹੀਂ ਜਾਗਣਾ। ਉਹਨਾਂ ਵਾਸਤੇ ਇਹ ਮਾਇਆ ਫਿਰ ਦੁੱਖ ਬਣ ਜਾਂਦੀ ਹੈ, ਉਹਨਾਂ ਵਾਸਤੇ ਇਹ ਮਾਇਆ ਰੋਗ ਪੈਦਾ ਕਰ ਦਿੰਦੀ ਹੈ। ਤਾਂ ਸਤਿਗੁਰੂ ਜੀ ਜੋ ਸਮਝਾ ਰਹੇ ਨੇ, ਜੋ ਗੁਰਬਾਣੀ ਵਿੱਚ ਲਿਖਿਆ, ਮੈਂ ਉਸੇ ਦੀ ਵਿਚਾਰ ਕਰਾਂਗਾ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੁੱਝੀ। ਭਾਵੇਂ ਇੱਥੇ ਭੂਮੀ ਜ਼ਮੀਨ ਨੂੰ ਕਹਿੰਦੇ ਨੇ, ਇਸ ਦੇ ਮਾਲਕ ਬਹੁਤ ਵੱਡੀ ਮਲਕੀਅਤ ਹੋਈ, ਜਿਨ੍ਹਾਂ ਦੇ ਕੋਲ ਬਹੁਤ ਸਾਰੀ ਜ਼ਮੀਨ ਜਾਇਦਾਦ। ਇਹ ਵੀ ਨਹੀਂ ਪਤਾ ਸਾਡਾ ਕਿੱਥੇ ਕਿੱਥੇ ਬਾਣ ਪਿਆ, ਕੌਣ ਉਸ ਬਾਣ ਨੂੰ ਬੀਜ ਰਿਹਾ। ਮੇਰੇ ਦੇਖਣ ਵਿੱਚ ਇੱਕ ਅੱਜ ਵੀ ਮੈਂ ਐਸਾ ਜ਼ਿਮੀਂਦਾਰ ਵੇਖਿਆ ਹੈ, ਤੇ ਉਹ ਮੁਲਤਾਨੀ ਸੇਠ। ਵੰਡ ਵੇਲੇ ਇੱਧਰ ਆਇਆ, ਤੇ ਜਦੋਂ ਦੇਸ਼ ਦੀ ਵੰਡ ਹੋਈ ਆ ਨਾ, ਉਦੋਂ ਆਪਣੇ ਪੰਜਾਬ ਵਿੱਚ ਆਇਆ, ਪੰਜਾਬ 'ਚੋਂ ਹਰਿਆਣੇ 'ਚ ਚਲਾ ਗਿਆ। ਉਸ ਦੇ ਕੋਲ ਜ਼ਮੀਨ ਬਹੁਤ ਜ਼ਿਆਦਾ, 3-4 ਪਿੰਡਾਂ 'ਚ ਉਸ ਦੀ ਜ਼ਮੀਨ ਪੈ ਜਾਂਦੀ ਹੈ, ਪਰ ਸਾਰੀ ਜ਼ਮੀਨ ਉਸ ਤੋਂ ਵਾਹੀ ਨਹੀਂ ਜਾਂਦੀ, ਹਿੱਸੇ ਹੁੱਸੇ 'ਤੇ ਬਹੁਤ ਦਿੰਦਾ। ਪਰ ਸੰਗਤ ਜੀ ਉਸ ਬੰਦੇ ਦੇ ਅੰਦਰ ਮੈਂ ਨਿਮਰਤਾ ਦੇਖੀ, ਬੜਾ ਪ੍ਰੇਮ ਭਾਵ ਵੇਖਿਆ।
ਜੇ ਕਿਸੇ ਗਰੀਬ ਨੇ ਨੇੜੇ ਲੱਗਦੇ ਬਾਣ ਵਿੱਚ ਬਰਸੀਨ ਦਾ ਬੀਜ ਸਿੱਟ ਲਿਆ ਤਾਂ ਉਸਨੇ ਇਹ ਨਹੀਂ ਕਹਿਣਾ ਵੀ ਕਿਉਂ ਸਿੱਟਿਆ, ਮੈਨੂੰ ਪੁੱਛਿਆ ਸੀ। ਸਿੱਟ ਲਿਆ, ਪਸ਼ੂਆਂ ਨੇ ਖਾਣਾ, ਕੋਈ ਗੱਲ ਨਹੀਂ, ਗਊਆਂ ਨੂੰ ਵਿੱਚੋਂ 4 ਪੰਡਾ ਪਾਇਆ ਹੀ, ਬਸ ਇਹੀ ਤੇਰੀ ਡਿਊਟੀ ਹੈ। ਉਹ ਜਿੱਥੇ ਜ਼ਮੀਨ ਦਾ ਮਾਲਕ ਆ ਉੱਥੇ ਧਰਮ ਵੀ ਕਮਾ ਰਿਹਾ ਹੈ, ਅਤੇ ਧਰਮ ਕਮਾਉਣਾ ਵੀ ਚਾਹੀਦਾ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਵੱਡੇ ਵੱਡੇ ਰਾਜਨਾਰ ਭੂਮਨ ਤਾਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝਈ। ਇਹ ਉਹਨਾਂ ਦੀ ਗੱਲ ਗੁਰੂ ਸਾਹਿਬ ਨੇ ਕੀਤਾ, ਕਹਿੰਦੇ ਜਿਹੜੇ ਮਾਇਆ ਦੇ ਪਿੱਛੇ ਹੀ ਲਪਟੇ ਰਹੇ, ਰੰਗ ਮਾਤੇ, ਮਾਇਆ ਦਾ ਰੰਗ ਹੀ ਚੜ੍ਹਾਈ ਰੱਖਿਆ, ਉਹਦੇ ਵਿੱਚ ਹੀ ਮਸਤ ਰਹੇ। ਲੋਚਨ ਅੱਖਾਂ ਨੂੰ ਕਹਿੰਦੇ ਨੇ, ਇਹਨਾਂ ਅੱਖਾਂ ਦੇ ਨਾਲ ਹੋਰ ਕੁਝ ਨਹੀਂ ਵੇਖਿਆ, ਧਰਮ ਨਹੀਂ ਵੇਖਿਆ, ਸੰਗਤ ਨਹੀਂ ਵੇਖੀ, ਗੁਰੂ ਨਹੀਂ ਵੇਖਿਆ, ਕੇਵਲ ਸੁਪਨੇ ਵੀ ਮਾਇਆ ਦੇ ਲੈਣੇ, ਧਨ ਦੇ ਲੈਣੇ, ਕਮਾਈ ਦੇ ਲੈਣੇ। ਬਸ ਸਤਿਗੁਰੂ ਜੀ ਕਹਿੰਦੇ ਫਿਰ ਇਹਨਾਂ ਦੀ ਇਸ ਤਰ੍ਹਾਂ ਅਵਸਥਾ ਬਣ ਜਾਂਦੀ ਹੈ, ਇਹਨਾਂ ਨੂੰ ਹੋਰ ਕੁਝ ਨਹੀਂ ਦਿਸਦਾ। ਲਾਲਚ ਤੋਂ ਬਿਨਾਂ ਕੋਈ ਧਰਮ ਦਾ ਕੰਮ ਵੀ ਨਹੀਂ ਕਰਦੇ। ਕਿਉਂ? ਇਹਨਾਂ ਦੀ ਕਠੋਰਤਾ ਜਿਹੜੀ ਉਹ ਹੋਈ ਇਸ ਤਰ੍ਹਾਂ ਦੀ ਗਈ। ਮਨ ਹੈ ਜਿਹੜਾ ਉਹ ਇਸ ਤਰ੍ਹਾਂ ਪਲਣਾ ਸ਼ੁਰੂ ਹੋ ਗਿਆ। ਮਨ ਨੂੰ ਜਿਹੜੀ ਖੁਰਾਕ ਦਿੱਤੀ ਜਾ ਰਹੀ ਹੈ ਉਸੇ ਤਰ੍ਹਾਂ ਦਾ ਮਨ ਬਲਵਾਨ ਬਣੇਗਾ। ਸਰੀਰ ਨੂੰ ਤਾਕਤ ਦਿੰਦੇ ਹਾਂ, ਖੁਰਾਕ ਦਿੰਦੇ ਹਾਂ, ਸਰੀਰ ਤਾਕਤਵਰ ਹੋ ਜਾਂਦਾ ਹੈ, ਅਤੇ ਸਰੀਰ ਨੂੰ ਖੁਰਾਕ ਨਾ ਮਿਲੇ ਕਮਜ਼ੋਰ ਹੋ ਜਾਂਦਾ, ਲਿੱਸਾ ਹੋ ਜਾਂਦਾ ਹੈ। ਮਨ ਨੂੰ ਖੁਰਾਕ ਮਿਲਦੀ ਹੈ ਵਿਕਾਰਾਂ ਦੀ, ਭੈੜੇ ਫੁਰਨਿਆਂ ਦੀ, ਅਤੇ ਮਨ ਬਲਵਾਨ ਹੈ। ਜਿਸ ਦਿਨ ਮਨ ਨੂੰ ਖੁਰਾਕ ਨਾਮ ਦੀ, ਸੇਵਾ ਦੀ, ਸਿਮਰਨ ਦੀ ਦੇਣੀ ਸ਼ੁਰੂ ਕਰ ਦਿੱਤੀ, ਚੰਗਿਆਈਆਂ ਦੀ ਖੁਰਾਕ ਦੇਣੀ ਸ਼ੁਰੂ ਕਰ ਦਿੱਤੀ, ਉਸ ਦਿਨ ਮਨ ਹੈ ਜਿਹੜਾ ਅੱਜ ਕੱਲ੍ਹ ਹੌਲੀ ਹੌਲੀ ਟਿਕਾ ਦੇ ਵਿੱਚ ਆ ਜਾਏਗਾ। ਇਹ ਮਨ ਜਪਣਾ ਸ਼ੁਰੂ ਕਰ ਦੇਵੇਗਾ, ਸਤਿਨਾਮ ਸ੍ਰੀ ਵਾਹਿਗੁਰੂ। ਤਾਂ ਸਤਿਗੁਰੂ ਜੀ ਅੱਗੇ ਕਹਿੰਦੇ, ਵੇਖਿਆ ਵਹਿ ਕਿਨਹੀ ਤ੍ਰਿਪਤ ਨ ਪਾਈ। ਜਿਨ੍ਹਾਂ ਵਾਸਤੇ ਇਹ ਮਾਇਆ ਵਿਖਿਆ ਬਣ ਗਈ, ਜ਼ਹਿਰ ਬਣ ਗਈ, ਉਹਨਾਂ ਜੀਵਾਂ ਨੂੰ, ਉਹਨਾਂ ਪ੍ਰਾਣੀਆਂ ਨੂੰ ਕਦੇ ਰੱਜ ਨਹੀਂ ਆ ਸਕਦਾ। ਇਹ ਆਮ ਬੰਦੇ ਦੀ ਗੱਲ ਨਹੀਂ ਕਰ ਰਹੇ, ਸਤਿਗੁਰੂ ਜੀ ਗੱਲ ਕਰ ਰਹੇ ਨੇ ਜੋ ਮਾਇਆ ਦੇ ਅਧੀਨ ਹੋ ਕੇ ਬਹੁਤ ਧਨ ਜੋੜਨ ਵਾਲੇ। ਜਿਵੇਂ ਜ਼ਿਕਰ ਆਉਂਦਾ ਸਿਕੰਦਰ ਬਾਦਸ਼ਾਹ ਦਾ, ਕੌਰੂ ਬਾਦਸ਼ਾਹ ਦਾ ਬਹੁਤ ਧਨ ਇਕੱਠਾ ਕੀਤਾ, ਆਪਾਂ ਤਾਂ ਉਹਨਾਂ ਦੇ ਮੁਤਾਬਿਕ ਕੁਝ ਵੀ ਨਹੀਂ, ਸਾਡਾ ਤਾਂ ਟਾਈਮ ਪਾਸ ਹੀ ਹੋ ਜੇ ਢੰਗ ਨਾਲ, ਉਹੀ ਬਹੁਤ ਵਧੀਆ। ਕਲਯੁਗੀ ਸਮਾਂ ਤਾਂ ਸਤਿਗੁਰੂ ਕਿਰਪਾ ਕਰਨ, ਸਾਡਾ ਬਾਦਸ਼ਾਹ ਰਾਜਾ ਖੋਟੀ ਮੱਤ ਵਾਲਾ ਦਿਨੋਂ ਦਿਨ ਮਹਿੰਗਾਈ ਨੂੰ ਵਧਾਉਂਦਾ ਜਾ ਰਿਹਾ, ਆਮਦਨਾਂ ਘਟਾਉਂਦਾ ਜਾ ਰਿਹਾ। ਜ਼ਿਮੀਂਦਾਰ ਚਾਅ ਦੇ ਨਾਲ ਫਸਲ ਬੀਜਦਾ, ਪਰ ਜ਼ਿਮੀਂਦਾਰ ਦੀ ਇੰਨੀ ਪਾਵਰ ਨਹੀਂ ਵੀ ਉਹ ਆਪਣੀ ਫਸਲ ਦਾ ਮੁੱਲ ਆਪ ਲਾ ਸਕੇ। ਫਸਲ ਤੇਰੀ ਹੈ, ਮਿਹਨਤ ਤੇਰੀ ਹੈ, ਮੁੱਲ ਕੋਈ ਹੋਰ ਲਾਵੇ। ਬਾਕੀ ਸਾਰੇ ਆਪਣੀ ਮਿਹਨਤ ਦਾ ਮੁੱਲ ਮੰਗਦੇ ਨੇ। ਸਾਡੀ ਸਬਜ਼ੀ ਬਾਜ਼ਾਰ ਵਿੱਚ ਗਈ, ਮੁੱਲ ਉਹਨਾਂ ਨੇ ਲਾਇਆ, ਜਦੋਂ ਦੁਬਾਰੇ ਖਰੀਦਣੀ ਪੈ ਗਈ ਫਿਰ ਆਪਣੀ ਮਰਜ਼ੀ ਦਾ ਮੁੱਲ ਉਹਨਾਂ ਨੇ ਲਾਇਆ। ਸੰਗਤ ਜੀ, ਧਰਮੀ ਰਾਜਾ ਹੋਵੇ, ਜਿਹਨੂੰ ਇਹ ਚਾਅ ਹੋਵੇ ਪਰਜਾ ਸੁੱਖ ਵਸੇ, ਪਰਜਾ ਦੇ ਵਿੱਚ ਸ਼ਾਂਤੀ, ਅਮਨ, ਚੈਨ ਬਣਿਆ ਰਹੇ, ਐਸੇ ਰਾਜੇ ਸਿੱਖ ਧਰਮ ਦੇ ਵਿੱਚ ਤਾਂ ਹੋਏ ਨੇ, ਬਾਕੀ ਮੁਸ਼ਕਲ ਹੈ। ਕਿਸੇ ਰਾਜੇ ਦੇ ਇਤਿਹਾਸ ਨੂੰ ਪੜ੍ਹ ਲਓ, ਕੋਈ ਚੰਗਾ ਰਾਜਾ ਨਹੀਂ ਹੋਇਆ। ਜੇ ਰਾਜਾ ਹੋਇਆ ਕੋਈ, ਤੇ ਇਤਿਹਾਸ ਵਿੱਚ ਵਿਦੇਸ਼ਾਂ ਵਿੱਚ ਵੀ ਪਹਿਲੇ ਨੰਬਰ 'ਤੇ ਰਾਜਾ ਚੁਣਿਆ, ਨਾਮ ਆਇਆ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਦੇ ਰਾਜ ਵਿੱਚ ਅਮਨ ਸ਼ਾਂਤੀ, ਹਰ ਕਿਸੇ ਦੀ ਸੁਣਵਾਈ, ਕਿਸੇ ਨੂੰ ਕੋਈ ਦੁੱਖ ਨਹੀਂ, ਕਿਸੇ ਦੀ ਧੀ ਭੈਣ ਦੀ ਕੋਈ ਬੇਪੱਤੀ ਨਹੀਂ, ਸਭ ਨੂੰ ਮਾਣ ਇੱਜ਼ਤ ਬਰਾਬਰਤਾ ਦਾ ਹੱਕ, ਸਭ ਕੁਝ ਮਿਲ ਰਿਹਾ। ਜਿਸ ਦਿਨ ਦਾ ਅਸੀਂ ਆਪਣਾ ਰਾਜ ਗਵਾ ਬੈਠੇ ਹਾਂ, ਉਸ ਦਿਨ ਦੇ ਅਸੀਂ ਗੁਲਾਮ ਹਾਂ। ਇਹ ਮਤ ਸੋਚਣਾ ਕਿ ਆਜ਼ਾਦੀ ਹੈ, ਗੁਲਾਮੀ ਹੈ ਜਿਹੜੀ ਅਸੀਂ ਹੰਢਾ ਰਹੇ ਹਾਂ। ਨਿੱਕੀ ਨਿੱਕੀ ਗੱਲ ਦਾ ਅਸੀਂ ਟੈਕਸ ਭਰਦੇ ਹਾਂ, ਇਹ ਗੁਲਾਮੀ ਹੈ। ਅਸੀਂ ਘਰ ਚੁੱਲ੍ਹਾ ਜਲਾਉਣ ਵਾਸਤੇ ਮਾਚਿਸ ਵੀ ਲਈ ਹੈ ਨਾ, ਉਹਦਾ ਵੀ ਟੈਕਸ ਹੈ, ਇਹ ਗੁਲਾਮੀ ਹੈ। ਸਾਧਨਾਂ ਵਿੱਚ ਤੇਲ ਪਵਾਇਆ, ਉਹਦੇ ਵੀ ਟੈਕਸ ਭਰਦੇ ਹਾਂ, ਇਹ ਗੁਲਾਮੀ ਹੈ। ਸਾਧਨ ਖਰੀਦਦੇ ਹਾਂ, ਇਹਦਾ ਵੀ ਟੈਕਸ ਭਰਨਾ ਪੈਂਦਾ, ਗੁਲਾਮੀ ਹੈ। ਪਰ ਅਸੀਂ ਗੁਲਾਮ ਹੋ ਕੇ ਕਿੰਨੇ ਖੁਸ਼ ਹਾਂ। ਅਸੀਂ ਕਦੇ ਵਿਰੋਧ ਨਹੀਂ ਕੀਤਾ,
ਵੀ ਇਹ ਗਲਤ ਹੈ, ਜੋ ਹੋ ਰਿਹਾ ਠੀਕ ਹੈ, ਚਲੋ ਸਾਰੇ ਕਰ ਰਹੇ ਨੇ ਆਪਾਂ ਵੀ ਕਰੋ। ਤਾਂ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਦੇ ਰਾਜੇ ਨੇ ਜਿਹੜੇ ਵਿਖਿਆ ਦੇ ਵਿੱਚ ਫਸੇ ਹੋਏ ਨੇ, ਕੱਲੀ ਮਾਇਆ ਦੇ ਪਿੱਛੇ ਦੌੜ ਰਹੇ ਨੇ। ਕਿਨੇ ਹੀ ਤ੍ਰਿਪਤ ਨਾ ਪਾਈ ਕੱਲੇ ਰਾਜੇ ਕੀ, ਕੋਈ ਵੀ ਵਿਖਿਆ ਮਾਇਆ ਜ਼ਹਿਰ ਦੇ ਪਿੱਛੇ ਲੱਗ ਗਿਆ ਨਾ, ਉਹਦੇ ਵਾਸਤੇ ਮਾਇਆ ਜ਼ਹਿਰ ਬਣ ਜਾਂਦੀ ਹੈ। ਜਿਹੜਾ ਬੰਦਾ ਪਰਮਾਤਮਾ ਨੂੰ ਭੁਲਾ ਦੇਵੇ, ਆਪਣੇ ਇਸ਼ਟ ਆਪਣੇ ਰਹਿਬਰ ਨੂੰ ਭੁਲਾ ਦੇਵੇ। ਤਾਂ ਸਤਿਗੁਰੂ ਜੀ ਕਹਿੰਦੇ ਜਿਉ ਪਾਵਕ ਈਦਰ ਨਹੀਂ ਧਰਾਪੈ, ਬਿਨ ਹਰ ਕਹਾ ਅਘਾਈ। ਜਿਉ ਪਾਵਕ ਅੱਗ ਨੂੰ ਕਹਿੰਦੇ ਨੇ। ਜਿਵੇਂ ਅੱਗ ਬਾਲਣ ਦੇ ਨਾਲ ਨਹੀਂ ਰੱਜਦੀ, ਲੱਕੜ ਦੇ ਨਾਲ ਨਹੀਂ ਰੱਜਦੀ, ਜਿੰਨੀ ਮਰਜ਼ੀ ਲੱਕੜ ਪਾਈ ਜਾਓ ਓਨੀ ਅੱਗ ਤੇਜ਼ ਹੋਈ ਜਾਏਗੀ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਵੇਂ ਇਹ ਧਰਾਪੈ ਰੱਜਦੀ ਨਹੀਂ, ਬਿਨ ਹਰ ਕਹਾ ਅਘਾਈ, ਇਸੇ ਤਰ੍ਹਾਂ ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਰੱਜਿਆ ਨਹੀਂ ਜਾ ਸਕਦਾ। ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਬਰ ਨਹੀਂ ਆ ਸਕਦਾ, ਸੰਤੋਖ ਨਹੀਂ ਆ ਸਕਦਾ। ਜਿਸ ਮਨੁੱਖ ਦੇ ਕੋਲ ਸਬਰ ਸੰਤੋਖ ਹੈ ਨਾ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੇ ਉਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਤਿਸ ਤੇ ਕਵਣ। ਸੰਗਤ ਜੀ ਗੁਰੂ ਸਾਹਿਬ ਤੇ ਬੇਅੰਤ ਉਦਾਹਰਣਾਂ ਦੇ ਸਮਝਾਉਂਦੇ ਨੇ। ਇੱਥੇ ਅੱਗ ਦਾ ਬਾਲਣ ਦਾ ਉਦਾਹਰਣ ਦਿੱਤਾ ਸਤਿਗੁਰਾਂ ਨੇ। ਸਮਝਣ ਵਾਲਿਆਂ ਨੇ ਤੇ ਇਸ ਪਾਵਨ ਪੰਗਤੀਆਂ ਸ਼ਬਦਾਂ ਨੂੰ ਇੱਕੇ ਵਾਰ ਸਮਝ ਕੇ ਆਪਣਾ ਜੀਵਨ ਬਦਲ ਲਿਆ ਹੋਣਾ। ਹੁਣ ਇੱਕ ਅਸੀਂ ਹਾਂ, ਰੋਜ਼ ਗੁਰਬਾਣੀ ਨੂੰ ਪੜ੍ਹਦੇ ਹਾਂ, ਰੋਜ਼ ਗੁਰਬਾਣੀ ਨੂੰ ਸੁਣਦੇ ਹਾਂ, ਰੱਤਾ ਭਰ ਵੀ ਅਸਰ ਨਹੀਂ ਹੋ ਰਿਹਾ। ਗੁਰੂ ਘਰੋਂ ਸੁਣ ਕੇ ਬਾਹਰ ਨਿਕਲੇ ਦਰਬਾਰ ਸਾਹਿਬ ਤੋਂ, ਦੁਨੀਆਦਾਰੀ ਦੀਆਂ ਗੱਲਾਂ ਕਰਦਿਆਂ ਫਿਰ ਆਪਣੇ ਘਰ ਤੱਕ ਪਹੁੰਚ ਜਾਂਦੇ ਹਾਂ। ਜਿਹੜੀ ਕਲਾਸ ਵਿੱਚ ਅਸੀਂ ਦਾਖਲਾ ਲਿਆ ਸੀ, ਐਡਮਿਸ਼ਨ ਲਿਆ ਸੀ, ਉਸੇ ਕਲਾਸ ਵਿੱਚ ਹੀ ਹਾਂ। ਅਗਲੀ ਕਲਾਸ ਵਿੱਚ ਤੇ ਹੋਣ ਦਾ ਯਤਨ ਹੀ ਨਹੀਂ ਕੀਤਾ। ਅਗਲੀ ਕਲਾਸ ਵਿੱਚ ਅਸੀਂ ਤਾਂ ਹੋਣਾ ਸੀ ਜੇ ਕੁਝ ਨਾ ਕੁਝ ਅਸੀਂ ਬਦਲਾਵ ਕਰਦੇ, ਕੁਝ ਨਵਾਂ ਕਰਨਾ ਸ਼ੁਰੂ ਕਰਦੇ। ਇੱਥੇ ਤੇ ਜੇ ਗੱਲ ਚੱਲ ਪਵੇ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਅਖੰਡ ਪਾਠ ਨਾ ਕਰਾ ਦਈਏ ਐਤਕੀ, ਨਾ ਜੀ ਬਾਹਲਾ ਖਰਚਾ ਹੋ ਜਾਊਗਾ, ਸਹਿਜ ਪਾਠ ਹੀ ਕਰਾਉਣੇ ਹੁੰਦੇ ਆ। ਭਾਵ ਉਸੇ ਕਲਾਸ 'ਚ ਹੀ ਬੈਠੇ ਆ ਨਾ। ਕਿੱਥੇ ਤੇ ਸਾਡੇ ਅੰਦਰ ਰੋਜ਼ ਦੇ ਨੇਮ ਅਨੁਸਾਰ ਗੁਰੂ ਘਰ ਆਉਣੇ ਆ, ਚਾਅ ਹੋਣਾ ਚਾਹੀਦਾ ਵੀ ਸਾਡੇ ਪਾਤਸ਼ਾਹ ਸਾਨੂੰ ਰੋਜ਼ ਬੇਅੰਤ ਸਿੱਖਿਆ ਦਿੰਦੇ ਨੇ। ਫਰਕ ਕੀ ਪੈਂਦਾ, ਇਕੱਲੇ ਕਿੰਨੇ ਤੇ ਕਿਸੇ ਨੇ ਨਹੀਂ ਕਰਵਾਉਣਾ। ਅਤੇ ਬਾਕੀ ਸਾਡੇ ਕੋਲ ਪਾਵਰ ਵੀ ਦਿੱਤੀ ਹੈ, ਗੁਰੂ ਸਾਹਿਬ ਨੇ ਇੰਨੀ ਕਿਤੇ ਪਹੁੰਚ ਦਿੱਤੀ ਹੋਈ ਹੈ ਵੀ ਕੋਈ ਇਕੱਲਾ ਕਰਵਾਉਣਾ ਚਾਹੇ ਤੇ ਅਖੰਡ ਪਾਠ ਕੋਈ ਬਹੁਤੀ ਵੱਡੀ ਗੱਲ ਨਹੀਂ। 35-40 ਹਜ਼ਾਰ ਦਾ ਹੈ। ਜੇ 4 ਘਰ ਵੀ ਕਰਵਾਉਣ ਤਾਂ 10-10 ਹਜ਼ਾਰ ਰੁਪਈਆ ਆਉਂਦਾ। ਇਹ ਤਾਂ ਫਿਰ ਆਪਾਂ 50 ਘਰਾਂ ਨੇ ਕਰਾਉਣਾ ਹੁੰਦਾ, ਹਜ਼ਾਰ ਹੀ ਆਉਂਦਾ। ਦਿੰਦਾ ਕੌਣ ਹੈ? ਜਿਹਦਾ ਪ੍ਰਕਾਸ਼ ਪੁਰਬ ਆ ਰਿਹਾ ਉਸੇ ਤੋਂ ਹੀ ਮੰਗਦੇ ਆ ਨਾ। ਅਤੇ ਅਸੀਂ ਜਿੱਥੇ ਰੁਕੇ ਹੋਏ ਸੀ ਉੱਥੇ ਹੀ ਰੁਕੇ ਹਾਂ। ਕੋਈ ਧਰਮ ਦੀ ਗੱਲ ਹੋਵੇ ਪਹਿਲਾਂ ਛਾਲ ਮਾਰਦੇ ਹਾਂ, ਨਾ। ਕੋਈ ਦਸਤਾਰ ਕੈਂਪ ਦੀ ਗੱਲ ਕਰਕੇ ਵੇਖ ਲਓ ਵੀ ਬੱਚੇ ਪੱਗਾਂ ਬੰਨ੍ਹਣੀਆਂ ਸਿੱਖ ਲੈਣਗੇ, ਨਾ ਬਾਬਾ ਖਾ ਜੂ, ਪਹਿਲਾਂ ਆਇਆ ਸੀ ਇੱਕੋ ਖਾ ਕੇ ਵਗ ਗਿਆ। ਭਾਵ ਇਸ ਤਰ੍ਹਾਂ ਦੀ ਸਾਡੀ ਸੋਚ ਬਣੀ ਹੋਈ ਹੈ। ਇਕੱਲੀ ਆਪਣੀ ਨਹੀਂ, ਹਰ ਪਿੰਡ ਹਰ ਜਗ੍ਹਾ 'ਤੇ ਬਹੁਤ ਸਾਰੇ ਗ੍ਰੰਥੀਆਂ ਨੇ ਨਾ ਗੁਰਬਾਣੀ ਪੜ੍ਹਨੀ ਛੱਡ ਦਿੱਤੀ। ਭਾਵ ਉਹਨਾਂ ਨੇ ਗੁਰੂ ਘਰਾਂ ਦੀਆਂ ਡਿਊਟੀਆਂ ਛੱਡ ਦਿੱਤੀਆਂ, ਨਿਤਨੇਮ ਕਰਦੇ ਨੇ, ਆਪਦੇ ਜਿਹੋ ਜਿਹੇ ਸਾਧਨ ਬਣਾਏ ਨੇ ਉਹਨਾਂ ਵਿੱਚ ਚੱਪਲਾਂ ਜਾਂ ਕੱਪੜੇ ਜਾਂ ਕੋਈ ਦਵਾਈਆਂ ਜਾਂ ਚਾਹ ਪੱਤੀ ਜਾਂ ਸਰਫ, ਇਸ ਤਰ੍ਹਾਂ ਦੇ ਕੰਮ ਸ਼ੁਰੂ ਕਰ ਲਏ। ਕਾਰਨ ਕੀ ਬਣਿਆ? ਪੁੱਛਣ 'ਤੇ ਉਰੇ ਵੀ ਆਏ ਸਰਫ ਵੇਚਣ ਵਾਸਤੇ। ਪੁੱਛਿਆ ਭਾਈ ਸਾਹਿਬ ਤੁਹਾਡੀ ਤਾਂ ਡਿਊਟੀ ਸੀ ਗੁਰਦੁਆਰਾ ਸਾਹਿਬ, ਤੁਸੀਂ? ਕਹਿੰਦਾ ਜੀ ਕੀ ਕਰੀਏ, ਨਾ ਤੇ ਸਤਿਕਾਰ ਹੈ ਅਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਸਾਨੂੰ ਸੰਗਤ ਵੱਲੋਂ ਜਾਂ ਨਗਰਾਂ ਵੱਲੋਂ ਪ੍ਰੇਮ ਮਿਲਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ 'ਚ ਪੜ੍ਹਾ ਸਕੀਏ, ਚੰਗਾ ਕਮਾ ਖਾ ਸਕੀਏ। ਦੁੱਖ ਸੁੱਖ ਹੈ ਜਿਹੜਾ, ਜਿੰਨੀ ਕੁ ਇਨਕਮ ਤਨਖਾਹ ਬੰਨ੍ਹੀ ਗਈ ਆ ਉਹਦੇ ਨਾਲ ਹੀ ਹੁਣ ਭੋਗਣਾ ਪੈਂਦਾ। ਪਰ ਇਸ ਗੱਲ ਨੂੰ ਆਪਣੇ ਨਗਰ 'ਤੇ ਨਾ ਲਾ ਲਿਓ। ਮੈਂ ਤਾਂ ਆਪਣੇ ਨਗਰ ਦਾ ਰਿਣੀ ਹੈ, ਧੰਨਵਾਦੀ ਹਾਂ, ਬਹੁਤ ਵਧੀਆ। ਪ੍ਰੇਮ ਵੀ ਬਹੁਤ ਮਿਲ ਰਿਹਾ, ਮੇਰੇ ਬੱਚੇ ਵੀ ਇਸ ਪਾਸੇ ਆਪ ਜੀ ਦੇ ਪ੍ਰੇਮ ਕਰਕੇ ਜੁੜ ਰਹੇ ਨੇ, ਗੁਰਬਾਣੀ ਪੜ੍ਹਦੇ ਨੇ, ਕਥਾ ਤੱਕ ਕਰਨੀ ਸ਼ੁਰੂ ਕਰ ਦਿੱਤੀ। ਜੇ ਆਪ ਜੀ ਪ੍ਰੇਮ ਦਿੰਦੇ ਹੋ
ਸਿਰ 'ਤੇ ਹੱਥ ਰੱਖਦੇ ਹੋ ਤਾਂ ਇਹ ਸਾਰਾ ਕੁਝ ਹੋ ਰਿਹਾ। ਪਰ ਸੰਗਤ ਜੀ, ਇਸ ਦੁਨੀਆ 'ਤੇ ਬਹੁਤ ਬੁਰਾ ਹਾਲ ਹੋਇਆ ਪਿਆ। ਆਪਣੇ ਪੰਜਾਬੀ ਪਰਿਵਾਰਾਂ ਦੇ ਬੱਚੇ ਸਿੱਖੀ ਵਾਲੇ ਪਾਸੇ ਆਉਣੋਂ ਹਟ ਗਏ ਅਤੇ ਭਈਏ ਬਿਹਾਰ ਦੇ ਵਿੱਚੋਂ ਆ ਕੇ ਭਈਏ ਥੋੜ੍ਹਾ ਬਹੁਤਾ ਸਿੱਖ ਲੈਂਦੇ ਨੇ, ਪ੍ਰਕਾਸ਼ ਕਰਨਾ ਸਿੱਖ ਲਿਆ, ਸੁਖਾਸਨ ਸਿੱਖ ਲਿਆ, ਅਤੇ ਕੋਈ ਨਹੀਂ ਪੁੱਛਦਾ ਵੀ ਬਾਕੀ ਸੰਥਿਆ ਕਿੱਥੋਂ ਕੀਤੀ ਹੈ। ਕਿਉਂ? ਕਿਸੇ ਨੂੰ ਟਾਈਮ ਹੀ ਨਹੀਂ। ਹਰ ਕੋਈ ਕਹਿੰਦਾ ਚਲੋ ਬਸ ਕਥਾ ਦੀ ਤਾਂ ਗੱਲ ਹੀ ਨਹੀਂ, ਸੇਵਾ ਕਰੀ ਜਾਊ, ਕੀ ਕਰਾਉਣਾ। ਅਤੇ ਪਤਾ ਉਦੋਂ ਲੱਗਦਾ ਜਦੋਂ ਕੋਈ ਨਾ ਕੋਈ ਚੰਦ ਚੜ੍ਹਾ ਕੇ ਉਹ ਜਾਂਦਾ 12 ਵਾਲੇ ਡੱਬੇ 'ਤੇ, ਪਤਾ ਹੀ ਨਹੀਂ ਲੱਗਦਾ ਕੀ ਕਰ ਲਿਆ ਉਹਦਾ, ਲੰਘ ਗਿਆ ਅਗਲਾ। ਸੋ ਇਸ ਤਰ੍ਹਾਂ ਜੀਵਨ ਦੇ ਵਿੱਚ ਅਸੀਂ ਚੰਗੀ ਸੋਚ ਲੈ ਕੇ ਚੱਲੀਏ, ਇੱਕ ਪਹਿਲ ਕਦਮੀ ਕਰੀਏ। ਕਲਾਸ ਹੈ ਜਿਹੜੀ ਆਪਣੀ ਅੱਗੇ ਵਧਾਈਏ, ਉਸੇ ਕਲਾਸ ਦੇ ਵਿੱਚ ਨਾ ਬੈਠੇ ਰਹੀਏ, ਕੁਝ ਨਵਾਂ ਕਰਨ ਦਾ ਯਤਨ ਕਰਿਆ ਕਰੀਏ। ਸਾਲ ਦੇ ਵਿੱਚ ਕੋਈ ਨਾ ਕੋਈ ਇੱਕ ਅੱਧਾ ਕੈਂਪ ਐਸਾ ਲੱਗੇ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰਾਂ ਨੂੰ ਸਿੱਖਿਆ ਮਿਲੇ। ਸੁਖਮਨੀ ਸਾਹਿਬ ਦਾ ਪਾਠ ਜੇ ਹਫ਼ਤੇ ਨਹੀਂ ਕਰ ਸਕਦੇ, ਮਹੀਨੇ ਤੋਂ ਇੱਕ ਦਿਨ ਰੱਖਿਆ ਜਾਵੇ, ਇਹ ਗਾਹਾਂ ਵਧਣ ਵਾਲੀ ਗੱਲ ਹੈ। ਨਗਰ ਦਾ ਵੀ ਭਲਾ ਹੈ, ਮਾਲ ਮਨੁੱਖੀ ਪਸ਼ੂ ਪਛਾਰੇ ਦਾ ਸਭ ਕਾਸੇ ਦਾ ਭਲਾ ਹੈ ਜੇ ਮਹੀਨੇ ਬਾਅਦ ਇੱਕ ਪਾਠ ਹੋਵੇ। ਅਤੇ ਉਸ ਪਾਠ ਦੇ ਵਿੱਚ ਕੀ ਕਰਨਾ? ਹਰ ਘਰ ਦੇ ਵਿੱਚ ਦੁੱਧ ਹੈ, ਗਲਾਸ ਦੁੱਧ ਦਾ ਜੇ 10 ਘਰਾਂ ਦੇ ਆਉਂਦਾ ਅਤੇ 2.5 ਕਿਲੋ 3 ਕਿਲੋ ਦੁੱਧ ਇਕੱਠਾ ਹੋ ਜਾਣਾ। 3-4 ਕਿਲੋ ਦੁੱਧ ਦੀ ਆਪਾਂ ਚਾਹ ਬਣਾ ਕੇ ਸੰਗਤ ਦੀ ਉੱਥੇ ਸੇਵਾ ਕਰੀਏ। ਪਾਠ ਤੋਂ ਬਾਅਦ, ਸਮਾਪਤੀ ਤੋਂ ਬਾਅਦ ਭੈਣਾਂ, ਬੱਚੇ, ਵੀਰ, ਬਜ਼ੁਰਗ ਇੱਕ ਦਿਨ ਜ਼ਰੂਰ ਇਕੱਠੇ ਹੋਣ ਅਤੇ ਤੁਸੀਂ ਫਿਰ ਨਗਰ ਦੀ ਚੜ੍ਹਦੀ ਕਲਾ ਵੇਖਿਓ, ਫਸਲਾਂ ਬਾੜੀਆਂ ਦੇ ਰੰਗ ਵੇਖਿਓ, ਮਾਲ ਮਨੁੱਖੀ ਦੇ ਵਿੱਚ ਦੇਖਿਓ ਕਿੰਨੀ ਬਰਕਤ ਵੱਧਦਾ। ਕਰਕੇ ਤਾਂ ਵੇਖੀਏ ਆਪਾਂ, ਕਰੇ ਕਰਾਏ 'ਤੇ ਨਿਰਭਰ ਨਾ ਰਹੀਏ, ਆਪ ਵੀ ਕੁਛ ਨਾ ਕੁਛ ਕਰੀਏ। ਉਤਸ਼ਾਹ ਐਸਾ, ਮਾਹੌਲ ਐਸਾ ਬਣਾ ਦਈਏ, ਸਿਰਜ ਦਈਏ ਕਿ ਜੇ ਸਾਡੇ ਬੱਚੇ ਗੁਰਬਾਣੀ ਵਾਲੇ ਪਾਸੇ ਨਹੀਂ ਜੁੜੇ, ਕਿਸੇ ਗਰੀਬ ਦਾ ਬੱਚਾ ਤੇ ਜੁੜ ਕੇ ਇਸ ਪਾਸੇ ਚਾਅ ਦੇ ਨਾਲ ਜੁੜੇ ਵੀ ਹਾਂ ਬੜਾ ਸਤਿਕਾਰ ਹੈ, ਬਹੁਤ ਵਧੀਆ, ਕੋਈ ਐਸੀ ਸਿੱਖਿਆ ਦਈਏ। ਤਾਂ ਸੰਗਤ ਜੀ ਰਹੋ ਵਿਚਾਰ। ਸਤਿਗੁਰੂ ਜੀ ਕਹਿੰਦੇ ਜਿਉਂ ਪਾਵਕ ਈਦਨ ਨਹੀਂ ਧਰਾਪੈ, ਬਿਨ ਹਰ ਕਹਾ ਆਗਾਈ ਰਹਾਓ। ਦਿਨ ਦਿਨ ਕਰਤ ਭੋਜਨ ਬਹੁ ਵਿੰਜਨ, ਤਾਕੀ ਮਿਟੈ ਨਾ ਭੁੱਖਾ। ਤਾਂ ਸਤਿਗੁਰੂ ਜੀ ਕਹਿੰਦੇ ਫਿਰ ਇੱਕ ਉਦਾਹਰਣ ਹੋਰ ਦੇ ਦਿੱਤਾ। ਕਹਿੰਦੇ ਜਿਵੇਂ ਕੋਈ ਜੀਵ ਸਵਾਦਲੇ ਵਿਅੰਜਨ ਭੋਜਨਾਂ ਦੇ ਪਿੱਛੇ ਲੱਗਿਆ ਹੋਇਆ, ਉਹ ਬਸ ਹਰ ਵੇਲੇ ਭੋਜਨਾਂ ਦੇ ਪਦਾਰਥਾਂ ਦੇ ਸਵਾਦ ਹੀ ਚੱਖਦਾ ਹੈ। ਅਤੇ ਜਿਹੜਾ ਬੰਦਾ ਸਵਾਦਲੇ ਪਦਾਰਥਾਂ ਦੇ ਪਿੱਛੇ ਜੁੜਿਆ ਲੱਗਿਆ, ਉਸ ਦੀ ਕਦੇ ਭੁੱਖ ਨਹੀਂ ਮਿਟਦੀ। ਉਹਦੇ 4 ਚੁਫੇਰੇ ਵਧੀਆ ਤੋਂ ਵਧੀਆ ਪਕਵਾਨ ਬਣਾ ਕੇ ਰੱਖ ਦਿਓ, ਉਹ ਚੰਗੇ ਪਕਵਾਨਾਂ ਨੂੰ ਵੀ ਨੱਕ ਮਾਰੂਗਾ, ਇਹਦੇ ਵਿੱਚ ਆਹ ਕਮੀ ਹੈ, ਕਮੀਆਂ 36 ਕੱਢੇਗਾ। ਕਿਉਂ? ਉਹ ਕੇਵਲ ਖਾਣੇ ਦੇ ਪਿੱਛੇ ਹੀ ਲੱਗਿਆ ਹੋਇਆ। ਆ ਵਿਆਹ ਮੁਕਲਾਵਿਆਂ ਦੇ ਵਿੱਚ ਜਾਂਦੇ ਆਪਾਂ, ਪੈਲਸਾਂ ਦੇ ਵਿੱਚ ਬਹੁਤ ਕੁਝ ਬਣਿਆ ਹੁੰਦਾ ਅਤੇ ਬਹੁਤੇ ਬੰਦੇ ਉੱਥੇ ਬੈਠੇ ਨਾਲੇ ਖਾਈ ਜਾਂਦੇ ਆ, ਨਾਲੇ ਕਮੀਆਂ ਕੱਢੀ ਜਾਂਦੇ ਆ। ਆਹ ਨਹੀਂ ਸੀ ਕਰਨਾ, ਆਹ ਬਣਾ ਲੈਂਦੇ, ਇਹ 'ਚ ਥੋੜ੍ਹੀ ਜਿਹੀ ਕਮੀ ਰਹਿ ਗਈ। ਤਾਂ ਸੰਗਤ ਜੀ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਉਹਦੀ ਕਦੇ ਭੁੱਖ ਮਿਟਦੀ ਹੀ ਨਹੀਂ, ਉਹਨੂੰ ਰਾਜੀ ਨਹੀਂ ਆਉਂਦਾ। ਅਤੇ ਇੱਕ ਅੰਦਰ ਬੈਠਿਆ ਨਖਰੇ ਕਰੀ ਜਾਂਦਾ, ਇੱਕ ਬਾਹਰ ਬੈਠਿਆ ਉਡੀਕ ਰਿਹਾ ਵੀ ਕਦੋਂ ਬਚਿਆ ਖੁਚਿਆ ਇਹ ਡਸਟਬਿਨਾਂ ਦੇ ਵਿੱਚ ਸਿੱਟਿਆ ਜਾਊਗਾ ਅਤੇ ਮੈਂ ਚੱਕ ਕੇ ਖਾਵਾਂਗਾ, ਆਪਣੇ ਪਰਿਵਾਰ ਖਾਤਰ ਲੈ ਕੇ ਜਾਵਾਂਗਾ। ਕਦੇ ਸੋਚ ਕੇ ਵੇਖਿਓ ਉਹਨਾਂ ਨੂੰ ਡਸਟਬਿਨਾਂ ਦੇ ਵਿੱਚੋਂ ਲਿਬੜੀ ਤਿਬੜੀ ਜੂਠੀ ਘੂਠੀ ਮਿਠਾਈ ਕੱਢਦਿਆਂ ਨੂੰ, ਉਹਨਾਂ ਨੂੰ ਉੱਥੋਂ ਵਿੱਚੋਂ ਗੋਭੀ ਦੇ ਫੁੱਲ ਛਾਂਟਦਿਆਂ ਨੂੰ, ਬਣੀ ਹੋਈ ਸਬਜ਼ੀ ਦੇ ਵਿੱਚੋਂ ਵੇਖਿਓ ਅਤੇ ਫਿਰ ਆਪਣੇ ਹਿਰਦੇ 'ਤੇ ਹੱਥ ਧਰ ਕੇ ਵੇਖਿਓ ਪਰਮਾਤਮਾ ਦਾ ਸ਼ੁਕਰ ਹੈ ਜਿਹੜਾ ਆਪਣੇ ਆਪ ਆਪਣੀ ਜ਼ਬਾਨ ਤੋਂ ਨਿਕਲੇਗਾ। ਦਾਤਾਰ ਪਾਤਸ਼ਾਹ ਧੰਨ ਹੈ ਤੂੰ, ਜਿਹਨੇ ਸਾਨੂੰ ਚੰਗਾ ਖਾਣੇ ਜੋਗੇ ਕੀਤਾ। ਖਾਣ ਤੋਂ ਪਹਿਲਾਂ ਅਰਦਾਸ ਕਰੋ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੁਜਾਏ ਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਖਾ ਕੇ ਅਰਦਾਸ ਕਰੋ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਭੂਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੀ ਗੁਰੂ ਮਨਾਇਆ ਰਾਜ ਰਾਜ ਸਈ ਖਾਹੇ। ਤਾਂ ਗੁਰੂ ਕਦੇ ਤੋਟ ਨਹੀਂ ਆਉਣ ਦਿੰਦਾ। ਤਾਂ ਅੱਗੇ ਸਤਿਗੁਰੂ ਜੀ ਸਮਝਾਉਂਦੇ ਹਨ, ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਕੋਖਾ। ਕੋਖਾ ਤੋਂ ਭਾਵ 4 ਚੁਫੇਰੇ ਲੱਭਦੇ ਫਿਰਨਾ, ਮੂੰਹ ਮਾਰਦੇ ਫਿਰਨਾ।
ਸਵਾਨ ਕੁੱਤੇ ਨੂੰ ਕਹਿੰਦੇ ਨੇ। ਕਹਿੰਦੇ ਜਿਹੜੇ ਮਨੁੱਖ ਨੂੰ ਚੰਗੇ ਪਦਾਰਥ ਖਾ ਕੇ ਵੀ ਰੱਜ ਨਹੀਂ ਆਇਆ, ਉਸ ਮਨੁੱਖ ਦੀ ਤੁਲਨਾ ਜਿਹੜੀ ਕੁੱਤੇ ਦੇ ਬਰਾਬਰ ਕਰ ਦਿੱਤੀ। ਜਿਵੇਂ ਕੁੱਤੇ ਨੂੰ ਰੱਜ ਨਹੀਂ ਨਾ, ਇੱਕ ਘਰੋਂ ਖਾ ਕੇ ਦੂਸਰੇ ਘਰ ਚਲੇ ਜਾਣਾ, ਜੇ ਕੋਈ ਨਾ ਵੀ ਪਾਵੇ ਤਾਂ ਵੀ ਉਹਨੇ ਸੁੰਘ ਸੰਘਾ ਕੇ ਜਗ੍ਹਾ ਨੂੰ ਵਾਪਸ ਚਲੇ ਜਾਣਾ। ਬਨ ਸੁਆਨਾ ਖਾ ਰਿਹਾ, ਸਵਾਨ ਕੁੱਤੇ ਦੀ ਗੱਲ ਕੀਤੀ। ਕਹਿੰਦੇ ਉਸ ਨੂੰ ਵੀ ਫਿਰ ਕੁੱਤੇ ਨੂੰ ਵੀ ਰੱਜ ਨਹੀਂ, ਤੇ ਰੱਜ ਬਹੁਤ ਸਾਰੇ ਪਦਾਰਥ ਵਿਅੰਜਨ ਖਾਣ ਵਾਲੇ ਨੂੰ ਵੀ ਨਹੀਂ। ਕਾਮਵੰਤ ਕਾਮੀ ਬਹੁ ਨਾਰੀ, ਪਰ ਗਿਰਹਿ ਜੋ ਨ ਚੁਕੈ। ਸਤਿਗੁਰੂ ਜੀ ਅਗਲਾ ਉਦਾਹਰਣ ਦਿੰਦੇ ਨੇ ਇੱਕ ਕਾਮੀ ਜੀਵ ਦਾ, ਕਾਮੀ ਮਨੁੱਖ ਦਾ। ਕਹਿੰਦੇ ਜਿਹੜਾ ਕਾਮ ਦੇ ਅਧੀਨ ਹੋ ਗਿਆ, ਉਸ ਮਨੁੱਖ ਦਾ ਜੀਵਨ ਵੀ ਕੋਈ ਚੰਗਾ ਨਹੀਂ। ਕਾਮਵੰਤ ਕਾਮੀ ਬਹੁ ਨਾਰੀ, ਪਰ ਗਿਰਹਿ ਤੋਂ ਭਾਵ ਪਰਾਏ ਘਰ ਵੱਲ ਆਪਣੀ ਨਿਗਾਹ ਬਣਾਈ ਰੱਖਦਾ। ਦਿਨ ਪ੍ਰਤ ਕਰੈ ਪਛਤਾਪੈ, ਸੋਗ ਲੋਭ ਮੈਂ ਸੁਕੈ। ਐਸੀ ਜਿਹਦੀ ਕਹਿ ਲਓ ਬਿਰਤੀ ਬਣ ਗਈ, ਦਿਨ ਪ੍ਰਤ ਵਿਕਾਰੀ ਵਿਕਾਰ ਕਰਦਾ, ਮੰਦ ਕਰਮ ਕਰਦਾ, ਫਿਰ ਪਛਤਾਉਂਦਾ। ਸੋਗ ਦੀ, ਲੋਭ ਦੀ, ਸਤਿਗੁਰੂ ਜੀ ਕਹਿੰਦੇ ਸੋਗ ਲੋਭ ਮੈਂ ਸੁੱਕਾ। ਫਿਰ ਉਹਨੂੰ ਸੋਗ ਤੇ ਲੋਭ ਹੈ ਜਿਹੜਾ ਦੋਨੇ ਚੀਜ਼ਾਂ ਸੁਕਾਉਂਦੀਆਂ ਜਾਂਦੀਆਂ ਨੇ। ਅੱਗੇ ਸਮਝਾਉਂਦੇ ਨੇ, ਹਰ ਕਾ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਸਤਿਗੁਰੂ ਜੀ ਨੇ ਸਾਰੀਆਂ ਪਿੱਛੇ ਬੁਰਾਈਆਂ ਦਾ ਜ਼ਿਕਰ ਕੀਤਾ। ਇਹ ਬੁਰਾਈਆਂ ਸਾਡੇ ਜੀਵਨ ਦੇ ਵਿੱਚੋਂ ਨਿਕਲ ਜਾਣ, ਨਾ ਹੋਣ ਇਹ ਬੁਰਾਈਆਂ। ਸਾਡਾ ਜੀਵਨ ਚੰਗਾ ਹੋਵੇ। ਉਹ ਕਿਸ ਤਰ੍ਹਾਂ ਦਾ? ਹਰ ਹਰ ਨਾਮ ਅਪਾਰ ਅਮੋਲਾ, ਹਰੀ ਪਰਮਾਤਮਾ ਦਾ ਨਾਮ ਜਪ ਕੇ। ਅਮੋਲਾ ਜੀ ਦਾ ਮੁੱਲ ਕੋਈ ਨਹੀਂ, ਤੇ ਅੰਮ੍ਰਿਤ ਜਿਸ ਦੇ ਤੁੱਲ ਕਿਸੇ ਚੀਜ਼ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਕਹਿੰਦੇ ਅੰਮ੍ਰਿਤ ਰੂਪੀ ਨਾਮ ਦਾ ਖਜ਼ਾਨਾ, ਨਿਧਾਨਾ ਖਜ਼ਾਨੇ ਨੂੰ ਕਹਿੰਦੇ ਨੇ। ਅੰਮ੍ਰਿਤ ਏਕ ਨਿਧਾਨਾ, ਐਸਾ ਨਿਧਾਨ ਖਜ਼ਾਨਾ ਹੈ। ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਜਦੋਂ ਅਸੀਂ ਬੇਕਾਰੀ ਕਰਮ ਛੱਡ ਦਿੱਤੇ, ਮੰਦ ਕਰਮ ਛੱਡ ਦਿੱਤੇ, ਖੋਟੇ ਕਰਮ ਛੱਡ ਦਿੱਤੇ, ਸ਼ੁਭ ਗੁਣ ਆਪਣੇ ਜੀਵਨ ਵਿੱਚ ਧਾਰਨ ਕਰ ਲਏ, ਤਾਂ ਸਤਿਗੁਰੂ ਜੀ ਕਹਿੰਦੇ ਫਿਰ ਸੁੱਖ ਵੀ ਮਿਲ ਜਾਂਦੇ ਨੇ। ਸਹਿਜ, ਇਸ ਮਨ ਦੀ ਸਹਿਜ ਅਵਸਥਾ ਬਣ ਜਾਂਦੀ ਹੈ, ਟਿਕਾ ਬਣ ਜਾਂਦਾ ਹੈ, ਬੁਰਾਈਆਂ ਨਿਕਲ ਜਾਂਦੀਆਂ। ਆਨੰਦ ਸੰਤਨ ਕਾ, ਫਿਰ ਜੀਵਨ ਵਿੱਚ ਆਨੰਦ ਬਣ ਜਾਂਦਾ ਹੈ, ਸੁੱਖ ਬਣ ਜਾਂਦਾ ਹੈ। ਨਾਨਕ ਗੁਰ ਤੇ ਜਾਨਾ, ਸਤਿਗੁਰੂ ਜੀ ਕਹਿੰਦੇ ਅਸੀਂ ਇਹ ਸਾਰੀ ਸਮਝ ਨਾਨਕ ਦੇ ਘਰੋਂ ਪ੍ਰਾਪਤ ਕੀਤੀ ਹੈ। ਗੁਰੂ ਨਾਨਕ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਸਾਨੂੰ, ਸਾਡੀਆਂ ਝੋਲੀਆਂ ਨਾਮ ਦੇ ਨਾਲ ਸੇਵਾ ਸਿਮਰਨ ਕਰਕੇ ਭਰ ਦਿੰਦੇ ਨੇ। ਇਸ ਕਰਕੇ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਿਆਂ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਨੇ, ਤੇ ਗੁਰੂ ਦੀ ਗੱਲ ਨੂੰ, ਗੁਰੂ ਦੇ ਵਚਨ ਨੂੰ ਜੇ ਕੋਈ ਕਮਾ ਲੈਂਦਾ, ਜੇ ਕੋ ਵਚਨ ਕਮਾਵੈ ਸਤਿਗੁਰ ਕਾ। ਸਤਿਗੁਰੂ ਜੀ ਕਹਿੰਦੇ ਜੇ ਕੋਈ ਗੁਰੂ ਦਾ ਵਚਨ ਕਮਾ ਲਏ ਤੇ ਉਸਦੇ ਲੋਕ ਤੇ ਪਰਲੋਕ ਦੋਨੋਂ ਹੀ ਸਫਲੇ ਹੋ ਜਾਂਦੇ ਨੇ। ਤੇ ਅਸੀਂ ਲੋਕ ਤੇ ਪਰਲੋਕ ਸਫਲੇ ਕਰਨ ਵਾਸਤੇ ਹੀ ਇਸ ਮਨੁੱਖਾ ਦੇਹੀ ਦੇ ਵਿੱਚ ਸੰਘਰਸ਼ ਕਰ ਰਹੇ ਹਾਂ। ਕਿਤੇ ਜੀਵਨ ਦੇ ਵਿੱਚ ਕੀਤੇ ਹੋਏ ਪਾਪ ਬੇਕਾਰ ਮਿਟ ਜਾਣ, ਇਸ ਤਰ੍ਹਾਂ ਦਾ ਜੀਵਨ ਬਣ ਜਾਏ ਜਿਸ ਜੀਵਨ ਤੋਂ ਸਾਡਾ ਗੁਰੂ ਸਾਡੀ ਬਾਂਹ ਫੜ ਲਏ, ਸਾਡਾ ਲੋਕ ਤੇ ਪਰਲੋਕ ਸਫਲਾ ਹੋ ਜਾਏ। ਤਾਂ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ। 33ਵਾਂ ਜੋ ਹੁਕਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ, ਉਹ 33ਵਾਂ ਹੁਕਮ ਹੈ। ਸਤਿਗੁਰੂ ਜੀ ਕਹਿੰਦੇ ਰਹਿਰਾਸ ਸਾਹਿਬ ਦਾ ਪਾਠ ਕਰਕੇ ਖੜੇ ਹੋ ਕੇ ਅਰਦਾਸ ਕਰਨੀ। ਕੋਈ ਵੀ ਜੀਵ ਖੇਤ ਬੰਨੇ, ਘਰ ਪਰਿਵਾਰ ਕਿਤੇ ਵੀ ਦੂਰ ਦਰਾਡੇ ਪਾਵਨ ਬਾਣੀ ਦਾ ਪਾਠ ਕਰਦਾ ਨਾ, ਸੰਧਿਆ ਵੇਲੇ ਰਹਿਰਾਸ ਸਾਹਿਬ ਦਾ, ਸਵੇਰੇ ਨਿਤਨੇਮ ਸਾਹਿਬ ਦਾ ਪਾਠ ਕਰਦੇ ਹਾਂ ਆਪਾਂ ਆਪਣੇ ਘਰ। ਜਿਸ ਪਾਸੇ ਆਪ ਜੀ ਨੂੰ ਗੁਰੂ ਦਾ ਦਰ ਨਜ਼ਰ ਆ ਰਿਹਾ, ਉਸ ਪਾਸੇ ਮੁੱਖ ਕਰਕੇ, ਪੈਰਾਂ ਵਿੱਚੋਂ ਚੱਪਲ ਉਤਾਰ ਕੇ ਅਰਦਾਸ ਕਰਨੀ ਖੜੇ ਹੋ ਕੇ। ਸਤਿਗੁਰੂ ਜੀ ਬਾਣੀ ਪੜ੍ਹੀ ਹੈ, ਬਾਣੀ ਪੜ੍ਹਦੇ ਹਾਂ
ਜਾਣੇ ਅਣਜਾਣੇ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਅੱਗੇ ਤੋਂ ਬਾਣੀ ਪੜ੍ਹਨ ਦਾ ਬਲ ਉਦਮ ਬਖਸ਼ ਕੇ ਨਦਰੀ ਨਦਰ ਨਿਹਾਲ ਕਰਿਓ। ਇਸ ਵੇਲੇ ਕੀ ਅਰਦਾਸ ਆਪ ਜੀ ਕੇ ਚਰਨਾਂ ਕਮਲਾਂ ਪਾਸ, ਕਿਰਪਾ ਕਰਿਓ ਦਾਤਾਰ ਪਾਤਸ਼ਾਹ, ਬਾਣੀ ਬਾਣੇ ਸੇਵਾ ਸਿਮਰਨ ਦੀ ਦਾਤ ਬਖਸ਼ੋ। ਜੇ ਹਰ ਮਨੁੱਖ ਪਹਿਲਾਂ ਇਹ ਚੀਜ਼ ਮੰਗੇਗਾ, ਬਾਕੀ ਪਦਾਰਥ ਗੁਰੂ ਸਾਹਿਬ ਨੇ ਆਪੇ ਦੇ ਦੇਣੇ ਆ, ਫਿਰ ਹੋਰ ਪਦਾਰਥ ਮੰਗਣ ਦੀ ਲੋੜ ਨਹੀਂ। ਇੱਕ ਜੀਵਨ ਦੇ ਵਿੱਚ ਇਹ ਚੀਜ਼ ਪੱਕੀ ਕਰ ਲਓ ਵੀ ਅਸੀਂ ਜਦੋਂ ਅਰਦਾਸ ਬੇਨਤੀ ਵਿੱਚ ਕਿਤੇ ਵੀ ਹਾਜ਼ਰੀ ਲਵਾਉਂਦੇ ਹਾਂ, ਲਾਸਟ ਜਦੋਂ ਸਮਾਪਤੀ ਹੁੰਦੀ ਹੈ ਅਰਦਾਸ ਦੀ, ਇੱਕ ਸ਼ਬਦ ਬੜੇ ਸੋਹਣੇ ਢੰਗ ਦੇ ਨਾਲ ਉਚਾਰਨ ਕੀਤਾ ਜਾਂਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰ। ਜਦੋਂ ਅਸੀਂ ਇਹ ਅਰਦਾਸ ਦੇ ਵਿੱਚ ਦਿਲ ਲਾ ਕੇ, ਮਨ ਲਾ ਕੇ, ਉੱਚੀ ਆਵਾਜ਼ ਵਿੱਚ ਸਰਬੱਤ ਦਾ ਭਲਾ ਮੰਗਾਂਗੇ ਤਾਂ ਸੰਗਤ ਜੀ ਸਾਡਾ ਆਪਣਾ ਭਲਾ ਗੁਰੂ ਸਾਹਿਬ ਨੇ ਆਪ ਹੀ ਕਰ ਦੇਣਾ। ਅਸੀਂ ਦੂਸਰਿਆਂ ਦਾ ਭਲਾ ਮੰਗੀਏ ਅਤੇ ਸਾਡਾ ਭਲਾ ਜਿਹੜਾ ਗੁਰੂ ਸਾਹਿਬ ਨੇ ਆਪੇ ਕਰ ਦੇਣਾ। ਅਤੇ ਅਰਦਾਸ ਕੰਪਲੀਟ ਹੀ ਉਦੋਂ ਹੁੰਦੀ ਹੈ ਜਦੋਂ ਅਸੀਂ ਸਰਬੱਤ ਦਾ ਭਲਾ ਮੰਗੀਏ। ਹੁਣ ਸਰਬੱਤ ਦੇ ਵਿੱਚ ਸਾਡੇ ਵਿਰੋਧੀ ਵੀ ਆ ਜਾਂਦੇ ਨੇ, ਜਿਨ੍ਹਾਂ ਦੇ ਨਾਲ ਸਾਡੀ ਨਹੀਂ ਬਣਦੀ, ਨਹੀਂ ਚੰਗੇ ਲੱਗਦੇ, ਉਹਨਾਂ ਦਾ ਵੀ ਭਲਾ ਮੰਗਣਾ ਇਹ ਸਿੱਖ ਦਾ ਕਰਮ ਹੈ। ਸਰਬੱਤ ਦਾ ਭਲਾ ਮੰਗਣਾ। ਜੇ ਕਿਸੇ ਦਾ ਬੁਰਾ ਮੰਗਾਂਗੇ ਤਾਂ ਸਾਡਾ ਵੀ ਬੁਰਾ ਹੋਣਾ। ਕਿਉਂ ਦਿੱਤਾ ਲਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਹੁਣ ਇਹਦੇ ਇੱਕ ਅਰਥ ਤੇ ਇਹੀ ਨੇ ਵੀ ਜੋ ਪਰਮਾਤਮਾ ਤੋਂ ਮੰਗਿਆ ਉਹਨੇ ਦੇ ਦਿੱਤਾ। ਦੂਸਰੀ ਗੱਲ, ਜੋ ਅਸੀਂ ਕਿਸੇ ਖਾਤਰ ਮੰਗਿਆ ਉਹ ਵੀ ਸਾਡੀ ਝੋਲੀ ਵਿੱਚ ਆਉਣਾ ਵਰਤ ਕੇ। ਕਿਸੇ ਖਾਤਰ ਚੰਗਾ ਮੰਗਿਆ ਤੇ ਚੰਗਾ ਮਿਲੇਗਾ, ਮਾੜਾ ਮੰਗਾਂਗੇ ਤੇ ਮਾੜਾ ਮਿਲੇਗਾ ਹੀ ਮਿਲੇਗਾ। ਦੋਨੋਂ ਪਾਸੇ ਇੱਕ ਬਰਾਬਰ ਹੀ ਫਲ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸੰਗਤ ਜੀ ਰਹਿਰਾਸ ਸਾਹਿਬ ਦਾ ਪਾਠ ਕਰਕੇ ਗੁਰੂ ਸਾਹਿਬ ਕਹਿੰਦੇ ਖਲੋ ਕੇ ਅਰਦਾਸ ਕਰਨੀ, ਅਤੇ ਕਦੇ ਵੀ ਬਾਣੀ ਪੜ੍ਹਨ ਵੇਲੇ ਪਾਦਾਂ ਵਾਲੇ ਪਾਸੇ ਮੂੰਹ ਨਾ ਕਰਨਾ। ਗੁਟਕਾ ਸਾਹਿਬ ਹੱਥ ਵਿੱਚ ਪਕੜੋ ਅਤੇ ਦੌਣਾ ਵਾਲੇ ਪਾਸੇ ਕਦੇ ਵੀ ਮੂੰਹ ਕਰਕੇ ਨਾ ਬੈਠੋ। ਸਿਰਹਾਣੇ ਵਾਲੇ ਪਾਸੇ ਮੂੰਹ ਕਰੋ, ਆਦਬ ਸਤਿਕਾਰ ਦੇ ਨਾਲ ਹੱਥ ਵਿੱਚ ਗੁਟਕਾ ਫੜੋ। ਲੋੜ ਪੈਂਦੀ ਹੈ ਕਿਤੇ ਤਾਂ ਮੋਬਾਇਲ ਤੋਂ ਨਿਤਨੇਮ ਕਰ ਸਕਦੇ ਹੋ। ਜਿੱਥੇ ਗੁਟਕਾ ਸਾਹਿਬ ਸਾਡੇ ਕੋਲ ਨਹੀਂ ਉੱਥੇ, ਅਤੇ ਨਹੀਂ ਗੁਟਕਾ ਸਾਹਿਬ ਹਰ ਘਰ ਦੇ ਵਿੱਚ ਰੱਖੋ। ਜਿਨ੍ਹਾਂ ਦੇ ਘਰਾਂ ਵਿੱਚ ਗੁਟਕੇ ਨਹੀਂ ਉਹ ਦਾਸ ਨੂੰ ਲਿਖਵਾ ਦਿਓ, ਗੁਟਕਾ ਆਪ ਜੀ ਦੇ ਘਰ ਪਹੁੰਚਦਾ ਕਰ ਦਿੱਤਾ ਜਾਏਗਾ। ਨਿਤਨੇਮ ਵਾਲਾ ਗੁਟਕਾ ਸਾਹਿਬ ਆਪ ਜੀ ਦੇ ਘਰ ਤੱਕ ਪਹੁੰਚਾ ਦਿੱਤਾ ਜਾਏਗਾ। ਆਪ ਗੁਰਬਾਣੀ ਪੜ੍ਹਨ ਵਾਲੇ ਬਣੋ। ਸੋ ਆਓ, ਅਰਦਾਸ ਬੇਨਤੀ ਦਾ ਸਮਾਂ ਹੋਇਆ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਬਾਣੀ ਪੜ੍ਹਦਿਆਂ, ਬਾਣੀ ਵਿਚਾਰਦਿਆਂ ਜਾਣੇ ਅਣਜਾਣੇ ਹੋਈਆਂ ਭੁੱਲਾਂ ਗਲਤੀਆਂ ਸੰਗਤ ਅਤੇ ਗੁਰੂ ਅਤੇ ਸੰਗਤ ਬਖਸ਼ਣਯੋਗ। ਸਾਰੀ ਸੰਗਤ ਹਾਜ਼ਰੀ ਆਨੰਦ ਸਾਹਿਬ ਦਾ ਜਾਪ ਕਰਕੇ ਲਵਾਇਆ ਕਰੋ। ਸਤਿਨਾਮ